ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਤਕ ਕਰਮ ਕਮਾਵਣੇ ਦੋਸ਼ ਨ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਵੇਮੁਖ ਹੋਏ RAM ਤੇ ਲੱਗਣ ਜਨਮ ਵਿਯੋਗ। ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਵਿੱਚ ਨ ਕੋਈ ਕਰ ਸਕੈ ਕਿਸ ਤੈ ਰੋਵੈ ਰੋਜ। ਕੀਤਾ ਕਿਛੂ ਨ ਹੋਵਈ ਲਿਖਿਆ ਤੁਰ ਸੰਜੋਗ। ਵਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ। ਨਾਨਕ ਕੋ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ। ਕਤਕ ਹੋਵੈ ਸਾਧ ਸੰਗ ਬਿਨ ਸਹਿ ਸਭੇ ਸੋਚ। ਕਤਕ ਹੋਵੈ ਸਾਧ ਸੰਗ ਬਿਨ ਸਹਿ ਸਭੇ ਸੋਚ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ 12 ਮਾਹ ਦੇ ਸਿਰਲੇਖ ਹੇਠ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ। ਕਤਕ ਕਰਮ ਕਮਾਵਣੇ ਦੋਸ਼ ਨ ਕਾਹੂ ਜੋਗ। ਸਾਹਿਬ ਕਹਿੰਦੇ ਨੇ ਦੋਸ਼ ਨਾ ਕਾਹੂ ਜੋਗ। ਕਰਮ ਕਮਾਵਣੇ। ਕਤਕ ਦਾ ਮਹੀਨਾ ਸੁਹਾਨੀ ਠੰਡ ਵਾਲਾ ਹੁੰਦਾ ਹੈ, ਲੇਕਿਨ ਗੁਰੂ ਸਾਹਿਬ ਕਹਿੰਦੇ ਨੇ ਕਰਮ ਕਮਾਵਣੇ। ਜਿਹੜੇ ਕਰਮ ਕਮਾਏ ਨੇ ਉਸ ਦਾ ਹੀ ਭੋਗ ਭੋਗਣਾ ਪੈਂਦਾ ਹੈ, ਸਾਨੂੰ ਉਹਦਾ ਲੇਖਾ ਦੇਣਾ ਪੈਂਦਾ, ਕੀਤੇ ਕਰਮਾਂ ਦਾ ਹਿਸਾਬ ਦੇਣਾ ਪੈਂਦਾ। ਜਿਹਾ ਬੀਜੈ ਸੋ ਲੁਣੈ ਕਰਮਾ ਸੰਧੜਾ ਕੇ। ਕੋਈ ਜੱਟ ਕਹੇ, ਜ਼ਿਮੀਂਦਾਰ ਕਿਸਾਨ ਕਹੇ, ਕਿੱਕਰ ਬੀਜੇ ਆਪਣੇ ਖੇਤ ਵਿੱਚ ਤੇ ਉਹ ਜਦੋਂ ਖੇਤ ਵਿੱਚ ਕਿੱਕਰ ਵੱਡੇ ਹੋ ਜਾਣ ਤੇ ਹੁਣ ਆਖੇ ਉਹਨੂੰ ਦਾਖਾਂ ਲੱਗਣ, ਅੰਗੂਰ ਲੱਗਣ, ਐਸਾ ਨਹੀਂ ਹੋ ਸਕਦਾ। ਜਿਹਾ ਬੀਜਿਆ ਕਿੱਕਰ ਬੀਜੇ ਨੇ ਤੇ ਕੰਡਿਆਂ ਦਾ ਦੁੱਖ ਸਹਿਣਾ ਹੀ ਪਏਗਾ। ਕਤਕ ਕਰਮ ਕਮਾਵਣੇ। ਕਰਮ ਕਮਾਉਣ ਦੀ ਇਹ ਖੇਤ ਸਰੀਰ ਜੋ ਬੀਜਿਆ ਅੰਤ ਖਲੋਤਾ ਆਏ। ਜਿਹੋ ਜਿਹਾ ਖੇਤ ਚ ਬੀਜਿਆ ਉਹੋ ਜਿਹਾ ਹੀ ਫਲ ਖਾਣਾ ਪੈਂਦਾ ਹੈ। ਕਰਮਾਂ ਦਾ ਖੇਤ ਹੈ। ਸਾਹਿਬ ਕਹਿੰਦੇ ਨੇ ਕਤਕ ਦਾ ਮਹੀਨਾ ਠੰਡੀ ਰੁੱਤ ਵਾਲਾ ਹੈ, ਤੇ ਜੇ ਕਰਮ ਮਾੜੇ ਕੀਤੇ ਫਿਰ ਵੀ ਜੇ ਦੋਸ਼ ਲਾ ਦਿੱਤਾ, ਹੈ ਰੱਬਾ ਤੂੰ ਕੀ ਕੀਤਾ ਮੇਰੇ ਨਾਲ, ਤੂੰ ਮੈਨੂੰ ਦੁੱਖ ਦੇ ਦਿੱਤਾ ਹੈ। ਅਸੀਂ ਦੋਸ਼ ਕਿਸੇ ਹੋਰ ਤੇ ਨਹੀਂ ਲਾ ਸਕਦੇ, ਕਰਮਾਂ ਆਪਣਿਆਂ ਦਾ ਬੀਜਿਆ ਹੋਇਆ ਤੇ ਦੋਸ਼ ਰੱਬ ਤੇ ਲਾ ਦਈਏ। ਭਗਤ ਤਰਲੋਚਨ ਜੀ ਬੜੇ ਸਤਿਕਾਰ ਨਾਲ ਸਾਨੂੰ ਸਮਝਾਉਂਦੇ ਹਨ। ਨਾਰਾਇਣ ਕਾਹੇ ਨਿੰਦੋ ਭੁਲੀ ਗਵਾਰੀ। ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ।
ਭਗਤ ਤਰਲੋਚਨ ਜੀ ਸਮਝਾਉਣਾ ਕਰਦੇ ਨੇ, ਨਾਰਾਇਣ ਨੂੰ ਕਿਉਂ ਨਿੰਦਦੀ ਹੈ ਜਿੰਦੇ, ਉਸ ਪਰਮਾਤਮਾ ਨੂੰ ਕਿਉਂ ਦੋਸ਼ ਦਿੰਦੀ ਹੈ। ਇਹ ਦੁੱਖ ਇਹ ਸੁੱਖ ਤੇਰੇ ਕਰਮਾਂ ਦਾ ਫਲ ਹੈ, ਤੇਰਾ ਬੀਜਿਆ ਹੋਇਆ। ਤੂੰ ਦੂਜਿਆਂ ਤੇ ਦੋਸ਼ ਨਹੀਂ ਲਾ ਸਕਦੀ। ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜਾ ਵਰਜਣਾ। ਗੁਰੂ ਸਾਹਿਬ ਕਹਿੰਦੇ ਨੇ ਦੋਸ਼ ਤੇ ਤੇਰੇ ਆਪਣੇ ਕਰਮਾਂ ਦਾ ਹੈ। ਜਿਹਾ ਬੀਜਿਆ ਹੈ ਉਹ ਤੈਨੂੰ ਫਲ ਖਾਣਾ ਪੈਣਾ ਹੈ। ਤੋ ਕਰਮ ਕਮਾਉਣੇ ਦਾ ਦੋਸ਼ ਕਿਸੇ ਨੂੰ ਹੋਰ ਨੂੰ ਨਹੀਂ ਲਾ ਸਕਦੇ। ਅਸੀਂ ਜੋ ਵੀ ਕਰਮ ਕੀਤਾ ਹੈ ਜੀਵਨ ਵਿੱਚ, ਉਹਦਾ ਦੋਸ਼ ਅਸੀਂ ਹੋਰ ਕਿਸੇ ਨੂੰ ਨਹੀਂ ਲਾ ਸਕਦੇ। ਉਸਦਾ ਕਤਕ ਕਰਮ ਕਮਾਵਣੇ, ਦੋਸ਼ ਨ ਕਾਹੂ ਜੋ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਸਾਹਿਬ ਕਹਿੰਦੇ ਨੇ ਪਰਮੇਸ਼ਰ ਤੇ ਭੁੱਲਿਆ। ਹੁਣ ਦੇਖੋ, ਇਹ ਪਰਮੇਸ਼ਰ ਦੇ ਭੁੱਲਣ ਦੇ ਕਾਰਨ ਦੁੱਖ ਵਿਆਪਦੇ। ਪਰਮੇਸ਼ਰ ਭੁੱਲਿਆ, ਮਾਇਆ ਦਾ ਮੋਹ ਜਕੜ ਲਿਆ, ਮਾਇਆ ਦੇ ਮੋਹ ਨੇ ਜਕੜ ਲਿਆ। ਪਰਮੇਸ਼ਰ ਜਦੋਂ ਭੁੱਲ ਜਾਂਦਾ ਹੈ ਜੀਵਨ ਦੇ ਵਿੱਚ, ਗੁਰੂ ਸਾਹਿਬ ਕਹਿੰਦੇ ਨੇ ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਓ ਪਿੰਡ ਥਾ ਦੀਆ, ਤਿਨ ਕੀ ਪਾਓ ਭਗਤ ਨਹੀਂ ਸਾਦੀ। ਕਹਿੰਦੇ ਅਸੀਂ ਅਪਰਾਧੀ ਹਾਂ। ਕਿਉਂ? ਕਿਉਂਕਿ ਤੇਰਾ ਨਾਮ ਨਹੀਂ ਚੇਤੇ ਕੀਤਾ। ਜਿਨੇ ਜਿੰਦ ਦਿੱਤੀ, ਜਿਨੇ ਸਰੀਰ ਦਿੱਤਾ, ਉਹਦੇ ਨਾਮ ਪਿਆਰ ਕੀਤਾ, ਭਾਉ ਭਗਤੀ ਨਹੀਂ ਕੀਤੀ, ਪਿਆਰ ਨਾਲ ਸਾਧਨਾ ਨਹੀਂ ਕੀਤੀ, ਉਸ ਪਰਮੇਸ਼ਰ ਦਾ ਨਾਮ ਨਹੀਂ ਸਿਮਰਿਆ, ਪਰਮੇਸ਼ਰ ਤੇ ਭੁੱਲਿਆ, ਫਿਰ ਕੀ ਵਿਆਪਨ ਸਭੇ ਰੋਗ। ਸਾਹਿਬ ਕਹਿੰਦੇ ਨੇ ਉਹਦੇ ਵਿੱਚੋਂ ਉਹ ਬੀਜੇ ਤੋਂ ਫਿਰ ਵਿਆਪਦੇ ਨੇ ਰੋਗ ਪੈਦਾ ਹੁੰਦੇ ਨੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸਾਰੇ ਆ ਜਾਂਦੇ ਨੇ। ਮਾਇਆ ਦਾ ਮੋਹ ਐਸਾ ਹੈ, ਮਾਇਆ ਕਮਾਈ, ਉਹਦਾ ਹੰਕਾਰ ਆ ਗਿਆ। ਹੰਕਾਰ ਆਇਆ, ਮਾਇਆ ਦਾ ਕੋਈ ਨਜਾਇਜ਼ ਖਰਚ ਕਰ ਦਿੱਤਾ, ਕੋਈ ਕਿਸੇ ਨੇ ਬੱਚੇ ਨੇ ਰੋੜ ਦਿੱਤਾ, ਔਲਾਦ ਨੇ, ਤੇ ਫਿਰ ਕ੍ਰੋਧ ਆ ਗਿਆ। ਸਾਰੇ ਰੋਗ ਇਹਦੇ ਵਿੱਚ ਵਿਆਪਦੇ ਹਨ। ਪਰਮੇਸ਼ਰ ਨੂੰ ਭੁੱਲਿਆ, ਪਰਮੇਸ਼ਰ ਦੀ ਯਾਦ ਤੋਂ ਖੁੰਝਿਆ, ਦੁਨੀਆ ਦੇ ਸਾਰੇ ਦੁੱਖ ਕਲੇਸ਼ ਜ਼ੋਰ ਪਾ ਲੈਂਦੇ। ਆਦਿ ਵਿਆਧੀ ਉਪਾਧੀ ਸਾਰੇ ਰੋਗ ਜ਼ੋਰ ਪਾ ਲੈਂਦੇ ਹਨ। ਸਾਹਿਬ ਕਹਿੰਦੇ ਹਨ ਵੇਮੁਖ ਹੋਏ ਰਾਮ ਤੇ, ਲੱਗਨ ਜਨਮ ਵਿਯੋਗ। ਹੁਣ ਬੇਮੁਖ ਹੋਇਆ, ਪਰਮਾਤਮਾ ਨੂੰ ਚੇਤੇ ਨਹੀਂ ਕੀਤਾ, ਉਸ ਪਰਮੇਸ਼ਰ ਨੂੰ ਭੁੱਲਿਆ ਰਿਹਾ ਸਾਰੇ ਜੀਵਨ ਚ, ਤੇ ਇਸ ਤੋਂ ਲੰਮਾ ਰੋਗ ਪੈਦਾ ਹੋ ਗਿਆ। ਲੱਗਨ ਜਨਮ ਵਿਯੋਗ, ਜਨਮ ਦਾ, ਜਨਮਾਂ ਦੇ ਵਿਛੋੜੇ ਦਾ ਰੋਗ ਪੈਦਾ ਹੋ ਗਿਆ। ਭਾਵ ਉਹ ਇੰਨਾ ਜਕੜਿਆ ਗਿਆ, ਮਾਇਆ ਦੇ ਮੋਹ ਵਿੱਚ ਫਸ ਗਿਆ ਕਿ ਉਹਨੂੰ ਪਰਮੇਸ਼ਰ ਚੇਤਾ ਹੀ ਨਹੀਂ ਰਹਿੰਦਾ। ਲੰਮਾ ਰੋਗ ਲੱਗ ਗਿਆ। ਉਸ ਨੂੰ ਲੰਮਾ ਰੋਗ ਲੱਗਣ ਦੇ ਕਾਰਨ ਪਰਮੇਸ਼ਰ ਜਿਹੜਾ ਹੈ ਉਹ ਯਾਦ ਨਹੀਂ ਆਉਂਦਾ, ਕਿਉਂਕਿ ਬੇਮੁਖ ਹੋਇਆ ਹੈ, ਪਰਮਾਤਮਾ ਚੇਤੇ ਨਹੀਂ ਹੈ। ਪਰਤ ਚੜ ਗਈ ਹੈ ਮਾਇਆ ਦੇ ਮੋਹ ਦੀ, ਤੇ ਫਿਰ ਪਰਮਾਤਮਾ ਚੇਤੇ ਕਿਵੇਂ ਆਵੇ। ਜਿਨ੍ਹਾਂ ਨੇ ਇਸ ਜਨਮ ਵਿੱਚ ਪਰਮਾਤਮਾ ਦੀ ਯਾਦ ਵੱਲੋਂ ਮੂੰਹ ਮੋੜੀ ਰੱਖਿਆ, ਉਹਨਾਂ ਨੂੰ ਫਿਰ ਲੰਮੇ ਵਿਛੋੜੇ ਪੈ ਜਾਂਦੇ ਨੇ। ਉਹ ਲੰਮੇ ਵਿਛੋੜੇ ਦਾ ਦੁੱਖ ਸਹਿਣਾ ਹੀ ਪੈਂਦਾ ਹੈ। ਸਾਹਿਬ ਕਹਿੰਦੇ ਹਨ ਖਿਨ ਮੈਂ ਕੌੜੇ ਹੋਏ ਗਏ,
ਜਿਤੜੇ ਮਾਇਆ ਭੋਗ। ਜਿਹੜੀਆਂ ਮਾਇਆ ਦੀਆਂ ਮੌਜਾਂ ਦੀ ਖਾਤਰ ਮਾਇਆ ਭੋਗ, ਜਿੰਨੇ ਵੀ ਮਾਇਆ ਦੇ ਭੋਗ ਕੀਤੇ, ਮਾਇਆ ਦੇ ਚਸਕੇ ਲਾਏ ਤੇ ਮਾਇਆ ਦੇ ਵਿੱਚ ਮਸਤ ਰਿਹਾ, ਉਹ ਸਾਰੇ ਕੌੜੇ ਹੋ ਜਾਂਦੇ ਹਨ। ਦੇਖੋ, ਪਰਮਾਤਮਾ ਤੋਂ ਵਿਛੋੜੇ ਤੋਂ ਬਾਅਦ ਕੀ ਹੁੰਦਾ ਹੈ? ਖਾਣਾ ਪੀਣਾ, ਹੱਸਣਾ ਸੌਣਾ, ਇਹ ਸਾਰਾ ਕੁਝ ਦਿੱਤਾ। ਵਿਛੋੜਾ ਇਹ ਹੈ ਕਿ ਪਰਮਾਤਮਾ ਭੁੱਲ ਗਿਆ। ਵਿਛੋੜਾ ਇਹ ਹੈ ਕਿ ਪਰਮਾਤਮਾ ਭੁੱਲ ਗਿਆ। ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਹੁਣ ਮਾਇਆ ਦੇ ਭੋਗਾਂ ਨੇ ਥੋੜੀ ਇਹ ਵਿਛੋੜਾ ਦੂਰ ਕਰ ਦੇਣਾ, ਇਹ ਕੌੜੇ ਹੋ ਜਾਂਦੇ ਨੇ, ਉਦੋਂ ਚੰਗੇ ਨਹੀਂ ਲੱਗਦੇ। ਦੇਖੋ, ਸਾਰੀ ਉਮਰ ਚਸਕੇ ਲਾਏ ਤੇ ਅਖੀਰ ਦੇ ਟਾਈਮ ਰੋਗ ਲੱਗ ਗਏ। ਸ਼ੂਗਰ ਦਾ ਰੋਗ ਹੋ ਗਿਆ, ਕੈਂਸਰ ਦਾ ਰੋਗ ਹੋ ਗਿਆ, ਕਈ ਪ੍ਰਕਾਰ ਦੇ ਰੋਗ ਹੋ ਜਾਂਦੇ ਹਨ। ਮਾਨਸਿਕ ਰੋਗ, ਸਰੀਰਕ ਰੋਗ ਸਾਰੇ ਹੀ ਪੈਦਾ ਹੋ ਜਾਂਦੇ, ਕਿਉਂਕਿ ਮਾਇਆ ਦੇ ਮੋਹ 'ਚ ਧਿਆਨ ਹੀ ਨਹੀਂ ਕੀਤਾ, ਪਰਮੇਸ਼ਰ ਦਾ ਭਲੇ ਗੁਣਾਂ ਦਾ ਨਹੀਂ ਧਿਆਨ ਕੀਤਾ, ਦੈਵੀ ਗੁਣ ਨਹੀਂ ਕਮਾਏ ਜੀਵਨ 'ਚ। ਤੇ ਫਿਰ ਜਦੋਂ ਜਿੰਦ ਨਿਕਲਣ ਤੇ ਆਉਂਦੀ ਹੈ ਤੇ ਇਹ ਧਨ ਪਦਾਰਥ ਤੇ ਫਿਰ ਉਹ ਦੂਜਿਆਂ ਦਾ ਹੋ ਜਾਣਾ ਕੌੜਾ, ਉਹਦਾ ਮਾਲਕ ਕੋਈ ਹੋਰ ਹੋ ਗਿਆ। ਜਿਹੜੀਆਂ ਮਾਇਆ ਦੀਆਂ ਮੌਜਾਂ ਦੀ ਖਾਤਰ ਪ੍ਰਭੂ ਨੂੰ ਭੁਲਾ ਦਿੱਤਾ ਸੀ, ਜੇ ਮਾਇਆ ਦੀਆਂ ਮੌਜਾਂ, ਜਿਹੜੀਆਂ ਮਾਇਆ ਭੋਗ ਜਿਨ੍ਹਾਂ ਵਾਸਤੇ ਪ੍ਰਭੂ ਨੂੰ ਭੁਲਾਇਆ ਸੀ, ਉਹ ਵੀ ਇੱਕ ਪਲ ਵਿੱਚ ਦੁਖਦਾਈ ਹੋ ਜਾਂਦੀਆਂ ਨੇ, ਕੌੜੀਆਂ ਹੋ ਜਾਂਦੀਆਂ ਨੇ। ਉਹ ਧਨ ਪਦਾਰਥ ਕੌੜਾ ਹੁੰਦਾ ਲੱਗਦਾ ਹੈ। ਫਿਰ ਮੈਂ ਹੁਣ ਕੀ ਕਰੇ, ਤੇ ਮੇਰਾ ਜਿੰਦ ਦੇ ਸਾਥ ਨਹੀਂ ਨਿਭਾਉਂਦਾ। ਨਾ ਇਹਨਾਂ ਨੇ ਮਿਲਾਪ ਕਰਾ ਦੇਣਾ, ਇਹਨਾਂ ਕਮਾਏ ਹੋਏ ਧਨ ਨੇ, ਇਹਨਾਂ ਦੇ ਵਿੱਚੋਂ ਕਿਸੇ ਨੇ ਸਾਥ ਨਹੀਂ ਦੇਣਾ। ਅਗਲੀ ਪੰਕਤੀ 'ਚ ਨਾਲ ਹੀ ਬਖਸ਼ਦੇ ਹਨ, ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵੈ ਰੋਜ਼। ਕਹਿੰਦੇ ਨੇ ਵਿਚੋਲਾਗਿਰੀ ਨਹੀਂ ਕਰ ਸਕਦੇ। ਜਿਹੜੇ ਮਾਇਆ ਦੇ ਭੋਗ ਕਮਾਏ ਸਨ, ਜਿਹੜੇ ਮਾਇਆ ਦੇ ਪਦਾਰਥ ਕਮਾਏ ਸਨ, ਪਰਮੇਸ਼ਰ ਦੇ ਮਿਲਾਪ ਵਿੱਚ ਇਹ ਸਹਾਇਕ ਨਹੀਂ ਹੁੰਦੇ। ਇਹਨਾਂ ਨਾਲ ਪਰਮਾਤਮਾ ਨਾਲ ਜੋੜ ਨਹੀਂ ਬਣਦਾ। ਇਸ ਮਾਇਆ ਦੇ ਭੋਗਾਂ ਦੇ ਕਾਰਨ ਤੇ ਵਿਛੋੜਾ ਹੈ, ਤੇ ਇਹ ਮਿਲਾਪ ਨਹੀਂ ਕਰਾ ਸਕਦੇ। ਵਿਚੋਲਾਗਿਰੀ ਵਿੱਚ ਨਾ ਕੋਈ ਕਰ ਸਕੇ, ਵਿਚੋਲਾਗਿਰੀ ਨਹੀਂ ਕਰ ਸਕਦੇ। ਕਿਸ ਥੈ ਰੋਵੈ ਰੋਜ਼, ਜਿਨ੍ਹਾਂ ਵਾਸਤੇ ਰੋਣੇ ਰੋਂਦਾ ਰਿਹਾ, ਕਮਾਣੇ ਕਮਾਉਂਦਾ ਰਿਹਾ, ਇਹ ਤੇਰਾ ਕੋਈ ਸਾਥ ਨਹੀਂ ਨਿਭਾਉਂਦੇ। ਸਾਹਿਬ ਕਹਿੰਦੇ ਨੇ, ਉਸ ਦੁਖੀ ਹਾਲਤ ਵਿੱਚ ਕਿਸੇ ਪਾਸ ਵੀ ਨਿਤ ਰੋਣ ਦਾ ਕੋਈ ਲਾਭ ਨਹੀਂ ਹੁੰਦਾ ਇਹਨਾਂ ਪਦਾਰਥਾਂ ਕੋਲ, ਕਿਉਂਕਿ ਦੁੱਖ ਤਾਂ ਵਿਛੋੜੇ ਦੇ ਕਾਰਨ ਹੈ, ਤੇ ਵਿਛੋੜੇ ਨੂੰ ਦੂਰ ਕਰਨ ਲਈ ਕੋਈ ਵਿਚੋਲਾਪਨ ਨਹੀਂ ਕਰ ਸਕਦਾ ਇਹਨਾਂ ਪਦਾਰਥਾਂ ਵਿੱਚੋਂ। ਕਿੰਨਾ ਅੱਗੇ ਰੋਣਾ ਰੋਂਦਾ, ਇਹ ਵਿਛੋੜਾ ਨਹੀਂ ਦੂਰ ਕਰ ਸਕਦੇ। ਸਾਹਿਬ ਕਹਿੰਦੇ ਨੇ, ਵਿਛੋੜਾ ਕਿਵੇਂ ਹੋਏਗਾ? ਵਿਛੋੜਾ ਦੂਰ ਕਿਵੇਂ ਹੋਏਗਾ? ਕੰਚਨ ਸਿਉ ਪਾਈਏ ਨਹੀਂ ਤੋਰ। ਮਨ ਦੇ ਰਾਮ ਲਿਆ ਹੈ ਮੋਲ, ਮਨ ਦੇਣਾ ਪੈਂਦਾ ਹੈ, ਸਮਰਪਣ ਸਰੈਂਡਰ ਕਰਨਾ ਪਏਗਾ। ਇਹਨਾਂ ਪਦਾਰਥਾਂ ਨਾਲ ਨਹੀਂ ਪਰਮਾਤਮਾ ਮਿਲਣਾ। ਸਾਹਿਬ ਕਹਿੰਦੇ ਨੇ, ਕੀਤਾ ਕਿਛੂ ਨਾ ਹੋਵਈ ਲਿਖਿਆ ਧੁਰ ਸੰਜੋਗ। ਕੀਤਾ ਮਤਲਬ ਆਪਣਾ ਕੀਤਾ ਹੋਇਆ। ਕਹਿੰਦੇ ਨੇ, ਦੁਖੀ ਜੀਵ ਦੀ ਆਪਣੀ ਕੋਈ ਪੇਸ਼ ਨਹੀਂ ਜਾਂਦੀ। ਉਸ ਅਵਸਥਾ ਵਿੱਚ, ਉਸ ਅਵਸਥਾ ਵਿੱਚ ਅਪੜ ਕੇ ਕੋਈ ਆਪਣੀ ਪੇਸ਼ ਨਹੀਂ ਜਾਂਦੀ। ਉਸ ਹਾਲਤ ਵਿੱਚ ਕੀ ਕਰੇ? ਹੁਣ ਅੱਗੋਂ ਪਿੱਛੋਂ ਮਜਬੂਰ ਹੋ ਗਿਆ, ਪਿਛਲਾ ਕੀਤਾ ਕੰਮ ਨਹੀਂ ਆਇਆ, ਪਰਮੇਸ਼ਰ ਦਾ ਨਾਮ ਜਪਿਆ ਨਹੀਂ, ਵਿਛੋੜਾ ਕਿਵੇਂ ਦੂਰ ਹੋਵੇ? ਮਿਲਾਪ ਕਿਵੇਂ ਹੋਵੇ? ਪਿਛਲੇ ਕੀਤੇ ਕਰਮਾਂ ਅਨੁਸਾਰ ਧੁਰੋਂ ਹੀ ਲਿਖੇ ਲੇਖਾਂ ਦੀ ਬਿਧ ਆ ਬਣਦੀ ਹੈ। ਉੱਥੇ ਫਿਰ ਕੋਈ ਪੇਸ਼ ਨਹੀਂ ਜਾਂਦੀ। ਉੱਥੇ ਤੇ ਉਹਨਾਂ ਹਿਸਾਬ ਲੈਣਾ ਹੈ, ਲੇਖਾ ਲੈਣਾ ਹੈ। ਫਿਰ ਉੱਥੇ ਆ ਕੇ ਜੀਵ ਜਿਹੜਾ ਹੈ ਫਸਿਆ ਹੁੰਦਾ ਹੈ।
ਲੇਖਾਂ ਦਾ ਲਿਖਿਆ ਲੇਖਾਂ ਦੀ ਜਿਹੜੇ ਲਿਖੇ ਹੋਏ ਲੇਖਾਂ ਦੀ ਬੇਦਾ ਬਣਦੀ, ਹੁਣ ਫਸ ਗਿਆ ਕਰੇਗੀ। ਸਾਹਿਬ ਕਹਿੰਦੇ ਨੇ ਬੜ ਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰੈ ਸਭ ਵਿਯੋਗ। ਵਡਭਾਗੀ ਵੱਡਿਆਂ ਭਾਗਾਂ ਨਾਲ ਜਿਹੜੇ ਕੀਤੇ ਕੋਈ ਭਲੇ ਕਰਮ ਅੱਗੇ ਆ ਜਾਣ, ਕਮਾਏ ਹੋਏ ਸਮਾਂ ਜਿਹੜਾ ਹੈ, ਭਾਗ ਜਿਹੜਾ ਸਮਾਂ ਭਲੇ ਕਰਮ ਕਮਾਉਣ ਵਾਲਾ ਬੀਤਿਆ, ਜੇ ਉਹ ਭਲੇ ਕਰਮ ਕੁਝ ਅੱਗੇ ਆ ਗਏ, ਉਹਨਾਂ ਭਾਗਾਂ ਨੂੰ ਪ੍ਰਭੂ ਆ ਮਿਲਦਾ ਹੈ, ਪ੍ਰਭੂ ਬਖਸ਼ਿਸ਼ ਕਰਦਾ ਹੈ, ਤਾਂ ਵਿਛੋੜੇ ਤੋਂ ਪੈਦਾ ਹੋਏ ਸਾਰੇ ਦੁੱਖ ਮਿਟ ਜਾਂਦੇ ਹਨ। ਜੇ ਥੋੜੇ ਬਹੁਤ ਵੀ ਕੀਤੇ ਕਰਮ ਹੋਣ, ਭਲੇ ਕਰਮ, ਤਾਂ ਵਿਛੋੜੇ ਦਾ ਦੁੱਖ ਸਾਰਾ ਦੂਰ ਹੋ ਜਾਂਦਾ ਹੈ ਪ੍ਰਭੂ ਦੀ ਬਖਸ਼ਿਸ਼ ਨਾਲ। ਨਾਨਕ ਕੋ ਪ੍ਰਭ ਰਾਖ ਲੇ, ਮੇਰੇ ਸਾਹਿਬ ਬੰਦੀ ਮੋਚ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ। ਨਾਨਕ ਦੀ ਤਾਂ ਇਹੀ ਬੇਨਤੀ ਹੈ, ਇਹੀ ਬੇਨਤੀ ਹੈ, ਅਰਜ਼ੋਈ ਹੈ, ਹੇ ਮਾਇਆ ਦੇ ਬੰਧਨਾਂ ਤੋਂ ਛੁਡਾਉਣ ਵਾਲੇ ਮੇਰੇ ਮਾਲਕ ਪ੍ਰਭੂ, ਮੇਰੀ ਬੇਨਤੀ ਹੈ ਕਿ ਨਾਨਕ ਨੂੰ ਮਾਇਆ ਦੇ ਮੋਹ ਤੋਂ ਬਚਾ ਲੈ। ਜੋਦੜੀ ਕਰਕੇ ਸਮਝਾਉਣਾ ਕਰਦੇ ਹਨ ਗੁਰੂ ਸਾਹਿਬ ਕਿ ਮਾਇਆ ਦੇ ਮੋਹ ਦੇ ਬੰਧਨਾਂ ਤੋਂ ਬਚਾ ਲੈ। ਕਤਕ ਹੋਵੈ ਸਾਧ ਸੰਗ, ਬਿਨਸੈ ਸਭੇ ਸੋਚ। ਕਤਕ ਦੀ ਸਵਾਦਲੀ ਰੁੱਤ ਵਿੱਚ ਜਿਨ੍ਹਾਂ ਨੂੰ ਸਾਧ ਸੰਗਤ ਮਿਲ ਜਾਏ, ਗੁਰੂ ਦੀ ਸੰਗਤ ਮਿਲ ਜਾਏ, ਉਹ ਪਰਮੇਸ਼ਰ ਬਖਸ਼ਿਸ਼ ਕਰੇ ਤੇ ਗੁਰੂ ਦੀ ਸੰਗਤ ਮਿਲ ਜਾਏ। ਕੱਤਕ ਦੇ ਸੋਹਣੇ ਮਹੀਨੇ ਵਿੱਚ, ਸਵਾਦਲੀ ਰੁੱਤ ਵਿੱਚ ਗੁਰੂ ਦੀ ਸੰਗਤ, ਗੁਰੂ ਸ਼ਬਦ ਦੀ ਸੰਗਤ ਮਿਲ ਜਾਏ, ਤਾਂ ਉਹਨਾਂ ਦੇ ਵਿਛੋੜੇ ਵਾਲੇ ਸਾਰੇ ਚਿੰਤਾ ਸੋਚ ਜਿਹੜਾ ਹੈ, ਚਿੰਤਾ ਫਿਕਰ ਲੱਗਣਾ, ਉਹ ਚਿੰਤਾ ਫਿਕਰ ਝੋਰੇ ਸਾਰੇ ਮੁੱਕ ਜਾਂਦੇ ਹਨ। ਜਿਨ੍ਹਾਂ ਨੂੰ ਪਰਮਾਤਮਾ ਬਖਸ਼ਿਸ਼ ਕਰਦਾ ਹੈ, ਗੁਰੂ ਦੀ ਸੰਗਤ ਬਖਸ਼ਿਸ਼ ਕਰਦਾ ਹੈ, ਤੇ ਜਿਹੜੇ ਗੁਰੂ ਦੀ ਬਖਸ਼ਿਸ਼, ਪਰਮੇਸ਼ਰ ਦੀ ਬਖਸ਼ਿਸ਼ ਕਰਕੇ ਗੁਰੂ ਦੀ ਸੰਗਤ ਕਰਦੇ ਹਨ, ਉਹਨਾਂ ਦੇ ਸਾਰੇ ਉਸ ਪਰਮੇਸ਼ਰ ਨਾਲੋਂ ਵਿਛੋੜੇ ਮੁੱਕ ਜਾਂਦੇ ਹਨ, ਭਾਵ ਮਿਲਾਪ ਹੋ ਜਾਂਦਾ ਹੈ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨਾ, ਗੁਰੂ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।